ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਪੰਜਵਾਂ। ਪੜ ਕੇ ਉਠ ਪਪੋਲੀਐ, ਵੇਣ ਬੁਝੇ ਮੁਗਧ ਅਜਾਨ। ਸੋ ਪ੍ਰਭ ਚਿਤ ਨਾ ਆਇਓ, ਛੁਟੈਗੀ ਬੇਬਾਨ। ਸਤਿਗੁਰ ਸੇਤੀ ਚਿਤ ਲਾਏ, ਸਦਾ ਸਦਾ ਰੰਗ ਮਾਨ। ਪ੍ਰਾਣੀ ਤੂੰ ਆਇਆ ਲਾਹ ਲੈਣ, ਲਗਾ ਕਿਤ ਕੋ ਫਕੜੇ। ਸਭ ਮੁਕਦੀ ਚੱਲੀ ਰਹਿਣ, ਰਹਾਉ ਕੁਦਮ ਕਰੇ ਪਛ ਪੰਖੀਆਂ। ਦਿਸੈ ਨਾਹੀ ਕਾਲ, ਓਤੈ ਸਾਥ ਮਨੁਖ ਹੈ। ਫਾਥਾ ਮਾਇਆ ਜਾਲ, ਮੁਕਤੇ ਸੇਈ ਪਾਲੀਐ। ਜੇ ਸੱਚਾ ਨਾਮ ਸਮਾਨ, ਜੋ ਘਰ ਛੱਡ ਗਵਾਵਣਾ। ਸੋ ਲਗਾ ਮਨ ਮਾਹਿ, ਜਿੱਥੈ ਜਾਏ ਤੁਧ ਵਰਤਣਾ। ਤਿਸ ਕੀ ਚਿੰਤਾ ਨਾਹਿ, ਫਾਥੇ ਸੇਈ ਨਿਕਲੇ। ਜੇ ਗੁਰ ਕੀ ਪੈਰੀ ਪਾਹੇ, ਕੋਈ ਰਖ ਨਾ
सकई, दूजा को न दिखाए। चारे कुंडा पाल कै आए पया शरणाए। नानक सच्चे पातशाह डूबदा लया कड़ाए। कोई रख ना सकई, दूजा को न दिखाए। चारे कुंडा पाल कै आए पया शरणाए। नानक सच्चे पातशाह डूबदा लया कड़ाए। वाहिगुरु जी का खालसा, वाहिगुरु जी की फतेह। ये पावन शब्द जो श्री राग अंदर पंजवें पातशाह गुरु अर्जन देव महाराज जी के पवित्र मुख तो उच्चारण होया, श्री गुरु ग्रंथ साहिब पातशाह महाराज जी के 43 अंग ते दर्ज है। इस शब्द की विचार भाई कुलविंदर सिंह जी भोगपुर आप जी नूं सरवण करवाउणगे। एक दिन का उन्हां दा समा है। प्रबंधक सेवादारां वल्लों भाई साहब जी का धन्यवाद। 20 तरीक जगत गुरु गुरु नानक साहब महाराज जी का ज्योति जोत समाउण का गुरपुरब है, जो हर साल की तरह बहुत श्रद्धा सत्कार दे नाल गुरुद्वारा नानक प्यो साहब मनाया जाना है। संगरांद कल 17 तरीक दी है। धन लिखारी नानका इस पवित्र सरलेख अधीन जो समागमां की लड़ी है। 8वां समागम कल 17 तरीक शाम नूं 6:45 बजे तो लैके रात 10:30 बजे तक गुरुद्वारा श्री गुरु सिंह सभा BC ब्लॉक शालीमार विखे होवेगा। आप जी इन्हां सारे समयां ते सेवा करके हाजरियां भर के गुरु कीयां बख्शिशां प्राप्त करनियां। गुरु घर की सेवा दे विच गुरु के लंगरां वास्ते रसद कड़ा प्रसाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। घरां विच पंजाबी बोलो, बच्चों नूं गुरुमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। अपने नावां दे नाल भी सिंह ते कौर शब्द लिखिया करो। जो आपां जातां पातां गोत्र लिखते हैं, सिख धर्म विच इन्हां दी कोई थां कोई प्रवानगी नहीं है। वाहिगुरु जी का खालसा, वाहिगुरु जी की फतेह। धन वाहिगुरु साहिब जीओ। ए शरीरा मेरिया इस जग में आए कै क्या तुद कर्म कमाया। कर्म कमाया तुद शरीरा
ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਡੰਡੋਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਵਾਲੀਏ ਕੁਲ ਆਲਮ ਮੁਜਸਮੇ ਆਬੇ ਹਯਾਤ, ਬਾਣੀ ਦੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਦਾ ਜੋ ਲੜੀਵਾਰ ਸ਼ਬਦ ਹੈ ਉਹ ਆਪ ਜੀ ਨੇ ਇਸ ਅਸਥਾਨ ਦੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਜੋ ਇਸ ਅਸਥਾਨ ਦੇ ਹੈੱਡ ਗ੍ਰੰਥੀ ਹਨ, ਉਹਨਾਂ ਤੋਂ ਆਪ ਜੀ ਨੇ ਸਰਵਨ ਕੀਤਾ ਹੈ। ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਦੇ ਨਾਲ ਸਾਡਾ ਬਹੁਤ ਵਾਰ ਵਾਸਤਾ ਪੈਂਦਾ ਹੈ, ਔਰ ਆਪ ਜੀ ਨੇ ਵੀ ਰਹਾਉ ਦੀਆਂ ਪੰਕਤੀਆਂ ਬਹੁਤ ਵਾਰ ਸੁਣੀਆਂ ਹੋਣਗੀਆਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰੈਣ। ਇਸ ਰਹਾਉ ਦੀਆਂ ਪੰਕਤੀਆਂ ਤੋਂ ਆਪਾਂ ਰਲ ਮਿਲ ਕੇ ਅੱਜ ਦੀ ਜੋ ਵਿਚਾਰ ਹੈ ਉਸ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਮਹਾਰਾਜ ਫਰਮਾਉਂਦੇ ਹਨ ਕਿ ਇਹ ਜੋ ਮਨੁੱਖਾ ਜਨਮ ਹੈ ਸਾਨੂੰ ਮਿਲਿਆ, ਇਹ ਮਨੁੱਖਾ ਜਨਮ ਕਿਸੇ ਨਾ ਕਿਸੇ ਕਾਰਨ ਵਾਸਤੇ ਹੈ, ਕਿਸੇ ਮੰਜ਼ਿਲ 'ਤੇ ਪਹੁੰਚਣ ਵਾਸਤੇ ਹੈ, ਕੁਛ ਨਾ ਕੁਛ ਕਮਾਈ ਕਰਨ ਵਾਸਤੇ ਹੈ, ਕੁਛ ਨਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਲਾਭ ਜਿਹੜਾ ਹੈ ਉਹ ਖੱਟਣ ਵਾਸਤੇ ਹੈ। ਅਤੇ ਜੇਕਰ ਇਹ ਮਨੁੱਖਾ ਜਨਮ ਬਿਨਾਂ ਲਾਭ ਤੋਂ ਅਜਾਈਂ ਹੀ ਚਲਿਆ ਜਾਵੇ ਅਤੇ ਉਸ ਨੂੰ ਤਾਂ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਕੋਈ ਜਗ੍ਹਾ ਨਹੀਂ ਮਿਲਦੀ। ਉਸ ਨੂੰ ਵੀ ਮਹਾਰਾਜ ਕਹਿੰਦੇ ਹਨ ਕਿ ਇਹ ਫਿਟਕਾਰ ਹੈ, ਕਹਿੰਦੇ ਤੈਨੂੰ ਭੇਜਿਆ ਤੈਨੂੰ ਮੈਂ ਕਾਹਦੇ ਵਾਸਤੇ ਸੀਗਾ ਔਰ ਤੂੰ ਕਰਕੇ ਕੀ ਆਇਆ ਹੈ। ਇੱਕ ਸ਼ਬਦ ਹੈ ਲਾਹਾ ਅਤੇ ਦੂਸਰਾ ਹੈ ਨੁਕਸਾਨ ਕਹਿ ਲਈਏ, ਜਾਂ ਕਹਿ ਲਈਏ ਇੱਕ ਸ਼ਬਦ ਹੈ ਲਾਭ ਅਤੇ ਦੂਸਰਾ ਹੈ ਹਾਨੀ। ਅਸੀਂ ਬਚਨ ਪੜ੍ਹਦੇ ਹਾਂ ਰੋਜ਼ਾਨਾ, ਜਦੋਂ ਆਪਾਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ, ਸੋਦਰ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਪੰਕਤੀਆਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਉਹਦੇ ਵਿੱਚ ਮਹਾਰਾਜ ਸਾਨੂੰ ਦੱਸਦੇ ਵੀ ਤੇਰੇ ਜੀਵਨ ਦਾ ਮਨੋਰਥ ਕੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰਿ ਕਾਸ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੱਲ ਨਾਮ ਦੀ ਮਹਾਰਾਜ ਕਰਦੇ ਆ। ਇੱਥੇ ਵੀ ਜੋ ਲਾਹਾ ਹੈ
ਉਹ ਅਸੀਂ ਨਾਮ ਦੇ ਨਾਲ ਜੋੜਾਂਗੇ। ਲਾਹਾ ਜਿਹੜਾ ਉਹ ਇਸ ਰੂਹੇ ਜ਼ਮੀਨ ਦੇ ਉੱਪਰ ਔਰ ਇਸ ਸਰੀਰ ਦੇ ਵਿੱਚ ਜੋ ਸਾਨੂੰ ਸਰੀਰ ਮਿਲਿਆ, ਇਹਦੇ ਵਿੱਚ ਨਾਮ ਦੀ ਪ੍ਰਾਪਤੀ ਕਰਨ ਦੀ ਮਹਾਰਾਜ ਗੱਲ ਕਰਦੇ ਹਨ। ਹੁਣ ਜੇਕਰ ਕੋਈ ਸਾਡਾ ਕਾਰੋਬਾਰ ਹੋਵੇ ਤੇ ਅਸੀਂ ਉਸ ਕਾਰੋਬਾਰ ਦੇ ਵਿੱਚ ਸਾਨੂੰ ਨੁਕਸਾਨ ਹੋ ਰਿਹਾ ਹੋਵੇ ਤੇ ਅਸੀਂ ਹੌਲੀ ਹੌਲੀ ਉਸ ਕਾਰੋਬਾਰ ਨੂੰ ਸਮੇਟਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਦੇ ਸਾਨੂੰ ਲਾਹਾ ਨਹੀਂ ਮਿਲ ਰਿਹਾ। ਔਰ ਜਦੋਂ ਲਾਹਾ ਨਹੀਂ ਮਿਲ ਰਿਹਾ ਤੇ ਫਿਰ ਅਸੀਂ ਕਾਰੋਬਾਰ ਜਿਹੜਾ ਉਹ ਦੂਸਰਾ ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਸਾਨੂੰ ਆਸ ਹੁੰਦੀ ਹੈ ਕਿ ਸ਼ਾਇਦ ਇਸ ਕਾਰੋਬਾਰ ਦੇ ਵਿੱਚ ਸਾਨੂੰ ਲਾਹਾ ਮਿਲ ਜਾਵੇ, ਸਾਨੂੰ ਲਾਭ ਮਿਲ ਜਾਵੇ, ਸਾਨੂੰ ਚਾਰ ਦਮੜੇ ਮਿਲ ਜਾਣ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਕਿ ਤੂੰ ਜਿਹੜੇ ਕਾਰੋਬਾਰਾਂ ਦੇ ਵਿੱਚ ਰੁੱਝਿਆ ਹੋਇਆ ਹੈ, ਇਹਨਾਂ ਦੇ ਵਿੱਚ ਤੈਨੂੰ ਫਾਇਦਾ ਨਹੀਂ ਹੈ। ਠੀਕ ਹੈ, ਮਨੁੱਖ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਜਿਸ ਕਾਰੋਬਾਰਾਂ ਦੇ ਵਿੱਚ ਮੈਂ ਰੁੱਝਾ ਹੋਇਆ ਹਾਂ, ਕੀ ਇਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਵੀਕਾਰ ਹਨ ਜਾਂ ਨਹੀਂ ਹਨ। ਮਹਾਰਾਜ ਕਹਿੰਦੇ ਇਹ ਤੇਰੇ ਸਵੀਕਾਰ ਨਹੀਂ ਹਨ। ਤੇਰਾ ਜੋ ਮਨੁੱਖ ਦਾ ਮਨੋਰਥ ਹੈ, ਮਨੁੱਖੀ ਮਨੋਰਥ ਹੈ, ਇਸ ਜਾਮੇ ਦਾ ਮਨੋਰਥ ਹੈ, ਉਹ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਦੂਸਰਾ ਪ੍ਰਮਾਣ, ਅਸੀਂ ਰੋਜ਼ਾਨਾ ਰਾਤ ਨੂੰ ਸੌਣ ਲੱਗਿਆਂ ਇੱਕ ਬਾਣੀ ਪੜ੍ਹਦੇ ਹਾਂ, ਉਹਦਾ ਨਾਮ ਹੈ ਸੋਹਿਲਾ। ਸਤਿਕਾਰ ਦੇ ਨਾਲ ਅਸੀਂ ਉਸ ਬਾਣੀ ਦਾ ਨਾਮ ਸੋਹਿਲਾ ਸਾਹਿਬ ਵੀ ਕਹਿੰਦੇ ਹਾਂ। ਸੋਹਿਲਾ ਸਾਹਿਬ ਦੀ ਆਖਰੀ ਜੋ ਸ਼ਬਦ ਹੈ ਉਹ ਵੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਉਹ ਵੀ ਮਹਾਰਾਜ ਉੱਚ ਫਰਮਾਉਂਦੇ ਹਨ, ਕਰੂ ਬੇਨੰਤੀ ਸੁਨ ਹੋ ਮੇਰੇ ਮੀਤਾ ਸੰਤ ਟਹਿਲ ਕੀ। ਅੱਗੇ ਮਹਾਰਾਜ ਕਹਿੰਦੇ, ਈਹਾਂ ਖਾਟ ਚਲੋ ਹਰ ਲਾਹਾ ਪ੍ਰਾਣੀ ਤੂੰ ਆਇਆ ਲਾਹਾ ਲੈਣ। ਈਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ। ਇਸ ਸ਼ਬਦ ਦੇ ਅਰਥ ਨਾਲ ਮੈਂ ਇਸ ਤਰ੍ਹਾਂ ਕਰਦਾ ਹੁੰਨਾ, ਮਾਂ ਬਾਪ ਦੇ ਘਰ ਇੱਕ ਬੱਚਾ ਹੈ, ਉਹ ਬੱਚਾ ਮਾਂ ਬਾਪ ਦੀ ਗੱਲ ਨਹੀਂ ਮੰਨਦਾ ਤੇ ਬਾਪ ਉਹਨੂੰ ਸਭ ਤੋਂ ਪਹਿਲਾਂ ਕੀ ਕਰਦਾ, ਬੜੇ ਪਿਆਰ ਦੇ ਨਾਲ ਸਮਝਾਉਂਦਾ, ਪੁੱਤਰ ਦੇਖ ਸਾਡੀ ਸਮਾਜ ਦੇ ਵਿੱਚ ਇੱਜ਼ਤ ਹੈ, ਸਾਨੂੰ ਚਾਰ ਜਣੇ ਜਾਣਦੇ ਹਨ ਤੇ ਪੁੱਤਰ ਤੂੰ ਐਸੇ ਕੰਮ ਕਰੇਗਾ ਤੇ ਲੋਕ ਸਾਨੂੰ ਕੀ ਕਹਿਣਗੇ। ਸਭ ਤੋਂ ਪਹਿਲਾਂ ਪਿਆਰ ਦੇ ਨਾਲ ਉਸ ਬੱਚੇ ਨੂੰ ਸਮਝਾਇਆ ਜਾਂਦਾ। ਫਿਰ ਉਹ ਬੱਚਾ ਫਿਰ ਆਪਣੀਆਂ ਆਦਤਾਂ ਤੋਂ ਨਹੀਂ ਹਟਦਾ। ਫਿਰ ਬਾਪ ਕੀ ਕਰਦੇ ਹਨ, ਮਾਂ ਬਾਪ ਕੀ ਕਰਦੇ ਹਨ, ਉਹਨੂੰ ਥੋੜ੍ਹਾ ਜਿਹਾ ਝਿੜਕਦੇ ਹਨ। ਝਿੜਕ ਕੇ ਉਹਨੂੰ ਸਮਝਾਉਂਦੇ ਹਨ ਕਿ ਤੈਨੂੰ ਪਹਿਲਾਂ ਵੀ ਸਮਝਾਇਆ, ਤੈਨੂੰ ਹੁਣ ਫਿਰ ਸਮਝਾ ਰਹੇ ਹਾਂ ਵੀ ਸਾਡੀ ਸਮਾਜ ਦੇ ਵਿੱਚ ਚਾਰ ਬੰਦਿਆਂ ਦੇ ਵਿੱਚ ਸਾਡਾ ਉੱਠਣ ਬੈਠਣ ਹੈ ਤੇ ਤੂੰ ਇਹ ਕੰਮ ਨਾ ਕਰ। ਉਹ ਬੱਚਾ ਫਿਰ ਨਹੀਂ ਮੰਨਦਾ। ਫਿਰ ਮਾਂ ਬਾਪ ਅਗਲਾ ਕੰਮ ਕੀ ਕਰਦੇ ਹਨ, ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਦੇ ਹਨ, ਆਓ ਆਪਾਂ ਰਲ ਮਿਲ ਕੇ ਇਸ ਬੱਚੇ ਨੂੰ ਸਮਝਾਈਏ, ਸ਼ਾਇਦ ਤੁਹਾਡੀ ਗੱਲ ਜਿਹੜੀ ਹੈ ਉਹ ਇਹਦੇ ਸਮਝ ਆ ਜਾਵੇ, ਕਿਉਂਕਿ ਮੇਰੀ ਗੱਲ ਤੇ ਇਹ ਮੰਨਦਾ ਨਹੀਂ ਹੈ। ਉਹ ਫਿਰ ਨਹੀਂ ਗੱਲ ਬਣਦੀ, ਬੱਚਾ ਫਿਰ ਆਪਣੀਆਂ ਆਦਤਾਂ ਤੋਂ ਨਹੀਂ ਹਟਦਾ। ਫਿਰ ਆਖਰੀ ਬਾਪ ਦੇ ਕੋਲ, ਮਾਂ ਬਾਪ ਦੇ ਕੋਲ ਇੱਕੋ ਹੀ ਤਰੀਕਾ ਹੈ, ਉਹ ਬੱਚੇ ਨੂੰ ਅੰਦਰ ਵਾੜਦੇ ਹਨ, ਕੁੰਡਾ ਬੰਦ ਕਰਦੇ ਹਨ ਤੇ ਬਾਪ ਕਹਿੰਦਾ, ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ ਮੇਰੇ ਪੁੱਤਰਾ, ਹੱਥ ਜੋੜਦਾ ਹਾਂ, ਵਾਸਤੇ ਪਾਉਂਦਾ ਹਾਂ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ। ਤੇ ਮੈਨੂੰ ਲੱਗਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੇ ਦਿਨ ਦੀ ਕਿਰਿਆ ਤੋਂ ਬਾਅਦ ਰਾਤ ਨੂੰ ਸਾਡੇ ਅੱਗੇ ਹੱਥ ਜੋੜਦੇ ਐ, ਕਰੂੰ ਬੇਨੰਤੀ ਸੁਨ ਹੋ ਮੇਰੇ ਮੀਤਾ ਸੰਤ ਟਹਿਲ ਕੀ। ਕਹਿੰਦੇ ਮੈਂ ਦੇਖਿਆ ਪੁੱਤਰ ਸਾਰਾ ਦਿਨ ਤੂੰ ਕੁਛ ਨਹੀਂ ਵਿਹਾਜਿਆ, ਤੂੰ ਕੋਈ ਲਾਭ ਨਹੀਂ ਖੱਟਿਆ ਤੇ ਹੁਣ ਤੂੰ ਸੌਣ ਲੱਗਾ, ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ, ਕਿਉਂਕਿ ਬੇਨਤੀ ਹਮੇਸ਼ਾ ਹੱਥ ਜੋੜ ਕੇ ਕੀਤੀ ਜਾਂਦੀ ਹੈ। ਕਰੂੰ ਬੇਨੰਤੀ ਸੁਨ ਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ। ਮਹਾਰਾਜ ਇੱਥੇ ਕਹਿੰਦੇ ਹਨ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਇੱਕ ਹੋਰ ਪਰਮਾ, ਇੱਕ ਅਸੀਂ ਬਾਬਾ ਕਬੀਰ ਜੀ ਦਾ ਬਚਨ ਪੜ੍ਹਦੇ ਹਾਂ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਮਹਾਰਾਜ ਕਹਿੰਦੇ ਭਜੋ ਗੋਬਿੰਦ,
भूल मत जाहो, मानस जन्म का यही लाहो। मानस जन्म का यही लाहो प्राणी, तू आया लाहा लैन, तू एक खास कारज वास्ते आया। एक प्रमाण होर दे के अगे आपां चलीए। गुरु अर्जुन देव जी महाराज कहते, रे मूड़े मूरख, तू कहते लाहा खट्टन वास्ते बड़ा ढिला। मैं कहते तू रे मूड़े लाहे को तू ढीला ढीला, टोटे को बेग धाया। ते जिथे कहते नुकसान होना ना, उधर नूं तू कहते छेती दौड़दा। कहते सस्त वखर तू किन्ने नाही, जेड़ी वस्तु सस्ती है वो तू कहते प्राप्त नहीं करता। हुण तुसी गुरुद्वारा साहब आए हो, गुरु हरकृष्ण पातशाह के चरणों में आए हो कि गुरु हरकृष्ण पातशाह जी कहते हैं कि जे तू नाम की दात प्राप्त करनी है तो इन्ने डॉलर इत्थे दे, इन्ने रुपये दे। सस्त वखर तू किन्ने नाही, पापी बाधा रे नाया, ते पाप दा करजा तू सिर ते चक्की फिर रहा है। जेड़ी सस्ती वस्तु है उन्होंने तू प्राप्त नहीं करता। कि गुरु अर्जुन देव जी महाराज कहते, जेड़ा काम फायदे दा है उहदे वास्ते तू ढिल जिहड़ी है वो वरतदा पिया है, ते जेड़े कम्मां दे विच पाप है, जेड़ा करजा तू पाप दी कमाई करके, जेड़ा करजे दी तू कमाई कर रहा है वो सिर ते पंडा बन रहा है, उहदे वास्ते तू कहते काली कर रहा है। महाराज कहते सस्त वखर तू किन्ने नाही, पापी बाधा रे नाया। एक होर परमान, लाहे कारण आया जग। गुरु ग्रंथ साहब जी का बचन कहते, तू इस लाहे दे वास्ते इस संसार विच आया। लाहे कारण आया जग, ते होया कि महाराज कहते तू कहते एक ठग दे वांगू कहते ठगिया गया, होए मजूर गया ठगाए ठग। तू एक कहते मजदूर बन गया, कहते लेबर बन गया, कहते दिहाड़ी वाला बन गया। बनना ते तू सीगा बादशाह, बनना ते तू सीगा मालक, लेकिन होया कि लाहे कारण आया जग, होए मजूर गया ठगाए ठग। फिर अगे महाराज कहते ना लाहा नाम दा तू लाहा कटना सी, पूंजी वेसा ते अपने अंदर शरदा तू कहते भरनी सी। जदों तेरे अंदर शरदा होनी सी, फिर नाम दा लाहा तेरे अंदर, नाम दा जेड़ा नाम है बीज वो तेरे अंदर फिर आके वसना सी। महाराज कहते है नानक सच पत सच्चा पातशाह। महाराज कहते लाहे कारण आया जग, होए मजूर गया ठगाए ठग। ते इस संसार तो कहते एक मजदूर की तरह कहते तू बिना लाहा नाम का कहते खटिया इस संसार तो जा रहा। महाराज कहते प्राणी तू आया लाहा लैन। हुण अगली पंक्ति है, लगा कित कुफकड़े। कुफकड़े शब्द का आखिरी अर्थ है उस चीज़ की कमाई कर रहा जिहड़ी चीज़ तैनू तेरे वास्ते फायदेमंद नहीं है। दूसरे अर्थ कर लीए, उन्हां औगणां दी तू कमाई कर रहा जिन्हां औगणां दे करके तू परमात्मा दी दरगाह दे विच शर्मिंदिया होना। दो तीन प्रमाण महाराज फरमाउंदे, लगा कित कुफकड़े। एक पहला प्रमाण गुरु रामदास जी महाराज दा, महाराज फरमाउंदे कंचन नारी में जियो लुबत है, मोह मीठा माया कर मंदर, घोड़े खुशी मन अन रस लाया। जिहड़ा तेरा मन सी ना वो लगना सी नाम दे रस दे नाल, लेकिन तू अन रस होर रसां दे नाल तू अपना मन जिहड़ा वो महाराज कहंदे जोड़िया। दूसरा प्रमाण जी महाराज कहते लगा कित कुफकड़े, जिस चीज़ की तू कमाई करनी सी महाराज कहते है उन्नू तू छड्ड दिता। महाराज कहते जिस नाम दे वास्ते तू समय सिर उठना सीगा, उस नाम दे नाल जोड़ना सीगा,
बुरे काम को ऊठ खलोया। महाराज कहते आ तेरे अंदर है लगा कित कुफकड़े, बुरे काम को ऊठ खलोया, नाम की बेला पै पै सोया। नाम जदों तू जपना सीगा उदों तू नाम की बेला पै पै सोया, उदों तू लत्तां पसार के कहंदे सुत्ता सी। आ तू जेड़े लगा कित कुफकड़े। एक होर प्रमाण असी जदों शब्द पढ़ते हाँ भई प्राप्त वाला, ਉਹਦੀ ਆਖਰੀਆਂ ਪੰਕਤੀਆਂ ਆਉਂਦੀਆਂ महाराज ਕਹਿੰਦੇ जप तप संजम धर्म ना कमाया। ਇਹਦਾ ਮਤਲਬ ਇਹ ਤਿੰਨੋਂ ਚੀਜ਼ਾਂ ਸੀਗੀਆਂ ਤੇਰੇ ਕਮਾਉਣ ਵਾਲੀਆਂ। ਲੱਗਾ ਕਿਤ ਕੁਫਕੜੇ, ਤੂੰ ਕਿਹੜੀਆਂ ਚੀਜ਼ਾਂ ਦੇ ਵਪਾਰ ਦੇ ਵਿੱਚ ਪੈ ਗਿਆ, ਕਿਹੜੀਆਂ ਚੀਜ਼ਾਂ ਦੀ ਕਮਾਈ ਵਿੱਚ ਪੈ ਗਿਆ। जप तप संजम धर्म ना कमाया, सेवा साध न जानिया हर राया। कहो नानक हम नीच करमा, मेरे तो माड़े कर्म होर किसे दे नहीं। क्योंकि लगा कित कुफकड़े, मैं गुणा दी कमाई करन दे बजाए मैं औगणा दी कमाई जिहड़ी आ ओह करके बैठ गया। इसे नूं बाबा फरीद जी कहंदे है, जिन्नी कमी नाहे गुण ते कमड़े विसार, मत शर्मिंदा थी भी साईं दे दरबार। बाबा फरीद जी कहते ਉਹ ਕੰਮ ਤੂੰ ਨਾ ਕਰ ਜਿਨ੍ਹਾਂ ਕੰਮਾਂ ਦੇ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕਰਕੇ ਤੈਨੂੰ ਸ਼ਰਮਿੰਦਿਆ ਹੋਣਾ ਪਵੇ। ਇੱਕ ਹੋਰ ਵਿਚਾਰ, ਜਦੋਂ ਵੀ ਅਸੀਂ ਲਾਹੇ ਦੀ ਗੱਲ ਕਰਦੇ ਆ ਨਾ, ਤੇ ਕੁਦਰਤੀ ਗੱਲ ਹੈ ਕਿ ਲਾਹਾ ਖੱਟਣ ਵਾਸਤੇ ਸਾਨੂੰ ਵਪਾਰ ਕਰਨਾ ਪਏਗਾ, ਉਸ ਤੋਂ ਬਗੈਰ ਹੋਏਗਾ ਨਹੀਂ, ਕੁਛ ਨਾ ਕੁਛ ਵਪਾਰ ਕਰਨਾ ਪਏਗਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ, ਕਹਿੰਦੇ ਮੈਂ ਤੈਨੂੰ ਇਸ ਰੂਹੇ ਜ਼ਮੀਨ ਤੇ ਭੇਜਣ ਤੋਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਤੈਨੂੰ ਵਪਾਰੀ ਬਣਾ ਕੇ ਭੇਜਿਆ। ਹੱਲੇ ਇਸ ਰੂਹੇ ਜ਼ਮੀਨ ਤੇ ਆਇਆ ਨਹੀਂ ਤੂੰ, ਇਹਦੇ ਤੋਂ ਪਹਿਲਾਂ ਤੂੰ ਇੱਕ ਵਪਾਰੀ ਹੈ। ਅਸੀਂ ਬਚਨ ਪੜ੍ਹਦੇ ਹਾਂ, ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਪਰਮਾਤਮਾ ਦੇ ਹੁਕਮ ਦੇ ਨਾਲ ਤੈਨੂੰ ਮਾਂ ਦੇ ਗਰਭ ਦੇ ਵਿੱਚ ਭੇਜਿਆ, ਲੇਕਿਨ ਬਣਾਇਆ ਤੈਨੂੰ ਵਪਾਰੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵਖਰ। ਇਹਦਾ ਮਤਲਬ ਲਾਹਾ ਜਿਹੜਾ ਲਵੇਗਾ ਉਹ ਵਪਾਰ ਉਹਨੂੰ ਕਰਨਾ ਪਵੇਗਾ। ਮਹਾਰਾਜ ਫਰਮਾਉਂਦੇ ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵਖਰ ਵਪਾਰ ਜਿਓ। ਬਾਬਾ ਰਵਿਦਾਸ ਜੀ ਦਾ ਵੀ ਬਚਨ ਆਪਾਂ ਲੈ ਲਈਏ, ਉਹ ਵੀ ਕਹਿੰਦੇ ਮੈਂ ਵੀ ਕਹਿੰਦੇ ਨਾਮ ਦਾ ਵਪਾਰ ਕਰਨ ਵਾਸਤੇ ਕਹਿੰਦੇ ਮੈਂ ਚੱਲਿਆ। ਬਾਬਾ ਰਵਿਦਾਸ ਜੀ ਫਰਮਾਉਂਦੇ ਕਟ ਅਵਗਟ ਡੂਗਰ ਕਾ ਨਾਮ, ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ ਰਾਮ ਕੋ। ਕੋਈ ਹੈ ਕਹਿੰਦੇ ਰਾਮ ਦੇ ਨਾਮ ਦਾ ਵਪਾਰੀ ਵਣਜਾਰਾ, ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਹਉ ਬਨਜਾਰੋ ਰਾਮ ਕੋ। ਮੈਂ ਕਹਿੰਦੇ ਰਾਮ ਦੇ ਨਾਮ ਦਾ ਕਹਿੰਦੇ ਵਪਾਰੀਆਂ, ਕਹਿੰਦੇ ਮੈਂ ਰਾਮ ਨਾਮ ਤਨ ਲਾਦਿਆ ਬਿਖਲਾਦੀ ਸੰਸਾਰ। ਮੇਰੇ ਕਹਿਣ ਤੋਂ ਭਾਵ ਮਹਾਰਾਜ ਫਰਮਾਉਂਦੇ ਸੱਚ ਸ਼ਾਹ ਹਮਾਰਾ ਤੂੰ ਧਨੀ। ਐਡਰੈਸ ਦਿੰਦੇ ਆ ਸਾਨੂੰ ਸਰਨਾਵਾ ਕਿ ਤੂੰ ਸਿੱਖਾ ਕਿਹਦੇ ਨਾਲ ਵਪਾਰ ਕਰਨਾ। ਸੱਚ ਸ਼ਾਹ ਹਮਾਰਾ ਤੂੰ ਧਨੀ, ਸਭ ਜਗਤ ਵਣਜਾਰਾ ਰਾਮ ਰਾਜੇ। ਇਹ ਸਾਰਾ ਸੰਸਾਰ ਇੱਕ ਵਣਜ ਕਰਨ ਵਾਸਤੇ ਆਇਆ। ਉਹ ਵਣਜ ਜੇਕਰ ਤੇ ਉਹ ਵਣਜ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਸ ਸ਼ਾਹ ਦੇ ਕੋਲ ਜਾ ਕੇ ਕਰੇਗਾ, ਸ਼ਾਹ ਦੀ ਦੁਕਾਨ ਤੇ ਜਾਵੇਗਾ ਨਾ, ਤੇ ਉਹਨੂੰ ਫਾਇਦਾ ਹੋਵੇਗਾ। ਨਹੀਂ ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁੱਕਦੀ ਚੱਲੀ ਰਹਿਣ। ਤੇਰੀ ਜਵਾਨੀ ਜਿਹੜੀ ਹੈ ਨਾ ਉਹ ਖਤਮ ਹੋ ਰਹੀ ਹੈ, ਤੇਰੀ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਨਾ ਉਹ ਖਤਮ ਹੋ ਰਹੀ ਹੈ। ਜਵਾਨੀ ਦਾ ਸ਼ਬਦ ਮੈਂ ਤਾਂ ਵਰਤਿਆ ਕਿਉਂਕਿ ਜਿੰਨੀ ਬੰਦਗੀ ਜਵਾਨੀ ਦੇ ਵਿੱਚ ਕੀਤੀ ਜਾ ਸਕਦੀ ਹੈ ਉਤਨੀ ਬੰਦਗੀ ਬੁਢਾਪੇ ਦੇ ਵਿੱਚ ਨਹੀਂ। ਕਿਉਂਕਿ ਬੁਢਾਪੇ ਦੇ ਵਿੱਚ ਤੇ ਨੈਣੋ ਨੀਰ ਬਹਿ ਤਨ ਖੀਨਾ ਪਏ, ਕੇਸ ਦੁਦਵਾਨੀ ਰੂਹ ਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ। ਬੁਢਾਪੇ ਦੇ ਇਹ ਹਾਲਾਤ ਮਹਾਰਾਜ ਜੀ ਕਹਿੰਦੇ ਆ। ਹਾਂ, ਇੱਕ ਥਾਂ ਤੇ ਮਹਾਰਾਜ ਹੋਰ ਗੱਲ ਕਰਦੇ ਆ, ਉਹ ਵੀ ਮੈਂ ਨਾਲ ਕਲੀਅਰ ਕਰ ਜਾਵਾਂ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਤੇਰੀ ਸੁਰਤ ਕਹਿੰਦੇ ਪਰਮਾਤਮਾ ਨਾਲ ਜੁੜੀ ਹੋਈ ਨਾ, ਤੇ ਫਿਰ ਤੂੰ ਕਹਿੰਦੇ ਬੁੱਢੇ ਦੇ ਵਿੱਚ ਅਵਸਥਾ ਦੇ ਵਿੱਚ ਵੀ ਤੂੰ ਬੁੱਢਾ ਨਹੀਂ ਹੈ। ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆ। ਕੱਲ ਤੁਸੀਂ
ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਮਨਾ ਕੇ ਗਏ ਹੋ। ਮੈਂ ਟਿਊਕ ਮਾਤਰ ਉਹਨਾਂ ਦੀ ਵਿਚਾਰ ਕਰਨੀ ਹਾਜ਼ਰੀ ਲਵਾਉਣ ਵਾਸਤੇ। ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੈ, ਉਹਨਾਂ ਨੇ ਗੁਰਮੁਖੀ ਨੂੰ ਤਰਤੀਬ ਦਿੱਤੀ ਹੈ। ਗੁਰਮੁਖੀ ਨੂੰ ਤਰਤੀਬ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਜਿਹੜੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਹਾਂ, 432 ਅੰਗ ਤੇ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਉਹਦੇ ਵਿੱਚ ਜਿਹੜੀ ਗੁਰਮੁਖੀ ਦੀ ਤਰਤੀਬ ਹੈ ਉਹ ਸ਼ੁਰੂ ਹੋ ਰਹੀ ਹੈ ਸੱਸੇ ਤੋਂ। ਸੱਸੇ ਸੋਏ ਸ੍ਰਿਸ਼ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ, ਉਹ ਤੋਂ ਸ਼ੁਰੂ ਹੋ ਰਹੀ ਹੈ। ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ, ਗੁਰਬਾਣੀ ਨੂੰ ਲਿਖਣ ਵਾਸਤੇ ਗੁਰਮੁਖੀ ਜ਼ਰੂਰੀ ਹੈ। ਠੀਕ ਹੈ ਜੀ, ਗੁਰਬਾਣੀ ਨੂੰ ਲਿਖਣ ਵਾਸਤੇ ਗੁਰਮੁਖੀ ਜ਼ਰੂਰੀ ਹੈ। ਗੁਰਮੁਖੀ ਨੂੰ ਪਰਮਾਤਮਾ ਤੱਕ ਪਹੁੰਚਾਉਣ ਵਾਸਤੇ ਉਹਦੇ ਅੰਦਰ ਗੁਰਬਾਣੀ ਦਾ ਹੋਣਾ ਜ਼ਰੂਰੀ ਹੈ। ਗੁਰਬਾਣੀ ਤੇ ਗੁਰਮੁਖੀ ਇਹਨਾਂ ਦੋਨਾਂ ਦਾ ਆਪਸ ਵਿੱਚ ਅਨਿੱਖੜਵਾਂ ਅੰਗ ਹੈ। ਫਿਰ ਦੁਬਾਰਾ ਮੈਂ ਸਮਝਾਵਾਂ, ਗੁਰਮੁਖੀ ਸਾਡੇ ਕੋਲ 35 ਅੱਖਰ ਹੈਗੇ ਆ ਜੀ, ਗੁਰਾਂ ਦੇ ਪਾਵਨ ਪਵਿੱਤਰ ਮੁਖ ਤੋਂ ਉਚਾਰੇ ਹੋਏ ਅਕਸ਼ਰ। ਊੜਾ ਐੜਾ ਈੜੀ ਸਾਡੇ ਕੋਲ ਹੈਗੇ ਆ। ਅਸੀਂ ਊੜੇ ਦੇ ਨਾਲ ਸੰਸਾਰੀ ਵਿੱਦਿਆ ਦੇ ਵਿੱਚ ਊਠ ਪੜ੍ਹਦੇ ਹਾਂ, ਐੜੇ ਦੇ ਨਾਲ ਅਸੀਂ ਅਨਾਰ ਪੜ੍ਹਦੇ ਹਾਂ, ਈੜੀ ਦੇ ਨਾਲ ਅਸੀਂ ਇੰਜਨ ਪੜ੍ਹਦੇ ਹਾਂ। ਇਹ ਸਾਨੂੰ ਪਰਮਾਤਮਾ ਦੀ ਦਰਗਾਹ ਤੱਕ ਨਹੀਂ ਲੈ ਕੇ ਜਾਣਗੇ। ਜੇਕਰ ਇਹਨਾਂ ਅੱਖਰਾਂ ਦੇ ਨਾਲ ਊੜਾ ਐੜਾ ਤੇ ਈੜੀ ਜੋ ਸਾਡੇ ਅਕਸ਼ਰ ਹਨ 35 ਅੱਖਰੀ, ਊੜੇ ਦੇ ਨਾਲ ਅਸੀਂ ਓਅੰਕਾਰ ਪੜ੍ਹੀਏ, ਐੜੇ ਦੇ ਨਾਲ ਅਸੀਂ ਅੱਲਾ ਪੜ੍ਹੀਏ, ਈੜੀ ਦੇ ਨਾਲ ਅਸੀਂ ਈਸ਼ਵਰ, ਜਿੱਥੇ ਅਸੀਂ ਇਹਨਾਂ ਦੇ ਨਾਲ ਸੰਸਾਰੀ ਅਕਸ਼ਰ ਪੜ੍ਹਦੇ ਹਾਂ, ਨਾਲ ਨਾਲ ਅਸੀਂ ਉਹਨਾਂ ਦੇ ਨਾਲ ਰੂਹਾਨੀਅਤ ਵਾਲਾ ਜਿਹੜਾ ਗਿਆਨ, ਊੜੇ ਤੋਂ ਓਅੰਕਾਰ, ਐੜੇ ਤੋਂ ਅੱਲਾ, ਈੜੀ ਤੋਂ ਈਸ਼ਵਰ ਪੜਾਂਗੇ ਨਾ, ਤੇ ਇਹੋ ਹੀ ਜਿਹੜੀ 35 ਅੱਖਰੀ ਹੈ ਉਹ ਸਾਨੂੰ ਪਰਮਾਤਮਾ ਦੀ ਦਰਗਾਹ ਦੇ ਤੱਕ ਲੈ ਜਾਵੇਗੀ। ਮੈਂ ਕਹਿਣ ਤੋਂ ਭਾਵ ਕਿ ਗੁਰਮੁਖੀ ਨੂੰ ਉਚਾਈ ਤੱਕ ਲੈ ਕੇ ਜਾਣ ਵਾਸਤੇ ਜੇਕਰ ਅਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋਣਾ ਚਾਹੁੰਦੇ ਹਾਂ, ਇਸੇ ਗੁਰਮੁਖੀ ਦੇ ਨਾਲ ਗੁਰੂ ਦੀ ਬਾਣੀ ਪੜ੍ਹੀ ਜਾਵੇ ਤੇ ਫਿਰ ਅਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੈ। ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਦੀ ਮਹਾਰਾਜ ਨੇ ਜਿਹੜੀ ਤਰਤੀਬ ਹੈ ਜੋ ਹੁਣ ਸਾਡੇ ਕੋਲ ਹੈ, ਮਹਾਰਾਜ ਨੇ ਉਹ ਤਰਤੀਬ ਜਿਹੜੀ ਹੈ ਨਾ ਉਹ ਸਾਡੀ ਝੋਲੀ ਵਿੱਚ ਪਾਈ। ਔਰ ਜੋ ਅੱਜ ਦੇ ਸ਼ਬਦ ਦੀਆਂ ਜਿਹੜੀਆਂ ਆਰੰਭ ਵਾਲੀਆਂ ਪੰਕਤੀਆਂ ਮਹਾਰਾਜ ਫਰਮਾਉਂਦੇ ਹਨ, ਸ੍ਰੀ ਰਾਗ ਮਹੱਲਾ ਪੰਜਵਾਂ, ਸ੍ਰੀ ਰਾਗ ਮਹੱਲਾ ਪੰਜਵਾਂ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਸ਼ਬਦ। ਆਰੰਭ ਵਾਲੀਆਂ ਪੰਕਤੀਆਂ ਮਹਾਰਾਜ ਫਰਮਾਉਂਦੇ, ਭਲਖੇ ਉੱਠ ਪਪੋਲੀਐ। ਪਪੋਲੀਏ ਸ਼ਬਦ ਦੇ ਪਹਿਲਾਂ ਅਰਥ ਕਰ ਲਈਏ, ਫਿਰ ਮੈਂ ਸਾਰੀ ਪੰਕਤੀ ਦੇ ਅਰਥ ਕਰਦਾ। ਜਿਸ ਤਰ੍ਹਾਂ ਅਸੀਂ ਮੂੰਹ ਦੇ ਵਿੱਚ ਪਾਣੀ ਪਾਇਆ ਤੇ ਉਸ ਪਾਣੀ ਨਾਲ ਅਸੀਂ ਕੁਰਲੀ ਕੀਤੀ ਤੇ ਕੁਰਲੀ ਕਰਕੇ ਉਹਨੂੰ ਬਾਹਰ ਸੁੱਟ ਦਿੱਤਾ, ਇੱਕ ਤਾਂ ਇਹ ਅਰਥ ਕੀਤੇ ਆ ਵਿਦਵਾਨਾਂ ਨੇ। ਦੂਸਰੇ ਇਹਦੇ ਅਰਥ ਕੀਤੇ ਹਨ ਕਿ ਜਿਸ ਤਰ੍ਹਾਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਸਰੀਰ ਦੀ ਅਸੀਂ ਪਾਲਣਾ ਕਰਦੇ ਹਾਂ, ਉਹਦੀ ਦੇਖ ਭਾਲ ਕਰਦੇ ਹਾਂ। ਮਹਾਰਾਜ ਨੇ ਇਹ ਦੋਨੋਂ ਅਰਥ ਹੈ। ਮਹਾਰਾਜ ਫਰਮਾਉਂਦੇ, ਭਲਕੇ ਉੱਠ ਪਪੋਲੀਐ ਬਿਨ ਬੂਝੇ ਮੁਗਧ ਅਜਾਨ, ਸੋ ਪ੍ਰਭ ਚਿਤ ਨ ਆਇਓ ਛੁੱਟੇਗੀ ਬੇਬਾਨ। ਸਾਡੇ ਸਰੀਰ ਦੀ ਮਹਾਰਾਜ ਗੱਲ ਕਰਦੇ ਹਨ। ਮਹਾਰਾਜ ਫਰਮਾਉਂਦੇ ਹਨ, ਤੂੰ ਅੰਮ੍ਰਿਤ ਵੇਲੇ ਤੋਂ ਉੱਠ ਕੇ ਆਪਣੇ ਸਰੀਰ ਦੀ ਦੇਖਭਾਲ ਕਰਦਾ, ਇਹਨੂੰ ਸਵਾਰਦਾ, ਜੋ ਵੀ ਕਿਰਿਆਵਾਂ ਇਹਨੂੰ ਸੁੰਦਰ ਬਣਾਉਣ ਵਾਸਤੇ ਤੂੰ ਕਰਨੀਆਂ ਹਨ ਉਹ ਤੂੰ ਕਰਦਾ ਹੈ। ਮਹਾਰਾਜ ਕਹਿੰਦੇ ਬਿਨ ਬੁੱਝੈ ਮੁਗਧ ਅਜਾਨ, ਲੇਕਿਨ ਉਸ ਪਰਿਪੂਰਨ ਪਰਮਾਤਮਾ ਨੂੰ ਤੇ ਤੂੰ ਕਹਿੰਦੇ ਬੁੱਝਿਆ ਨਹੀਂ, ਕਹਿੰਦੇ ਉਸ ਪਰਿਪੂਰਨ ਪਰਮਾਤਮਾ ਨਾਲ ਤੂੰ ਸਾਂਝ ਨਹੀਂ ਪਾਈ। ਮੈਂ ਇੱਥੇ ਇੱਕ ਬੇਨਤੀ ਕਰਾਂ, ਜਿਹੜੀ ਵਸਤੂ ਜਿਸ ਕਾਰਜ ਲਈ ਬਣੀ ਹੈ, ਜੇ ਉਸ ਵਸਤੂ ਦੇ ਨਾਲ ਉਹ ਕਾਰਜ ਨਾ ਕੀਤਾ ਜਾਵੇ ਤੇ ਉਹ ਵਸਤੂ ਸਾਨੂੰ ਫਾਇਦਾ ਦੇਣ ਦੀ ਬਜਾਏ ਸਾਡਾ ਨੁਕਸਾਨ ਕਰਦੀ ਹੈ। ਤੁਸੀਂ ਆਪਣੇ ਆਸੇ-ਪਾਸੇ ਦੇਖ ਸਕਦੇ ਹੋ, ਜਿਹੜੀ ਵਸਤੂ ਜਿਸ ਕਾਰਜ ਲਈ ਬਣੀ ਹੈ
ਜੇ ਉਸ ਵਸਤੂ ਦੇ ਨਾਲ ਉਹ ਕਾਰਜ ਨਾ ਕੀਤਾ ਜਾਵੇ ਤੇ ਉਹ ਸਾਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਕਰਦੀ ਹੈ। ਹੁਣ ਇਹ ਜਿਹੜਾ ਸਾਡਾ ਸਰੀਰ ਹੈ, ਦੇਖੋ ਗੁਰਬਾਣੀ ਦੇ ਵਿੱਚ ਇਸ ਸਰੀਰ ਨੂੰ ਸੰਭਾਲਣ ਦੀ ਗੱਲ ਵੀ ਹੋ ਰਹੀ ਹੈ। ਮਹਾਰਾਜ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇਹ ਮਹਾਰਾਜ ਨੇ ਕਿਹਾ ਕਿ ਮਹਾਰਾਜ ਕਹਿੰਦੇ ਹੈ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਇਸ ਦੇਹੀ ਦੀ ਕਹਿੰਦੇ ਪਾਲਣਾ ਕਰ, ਪਰੰਤੂ ਇਤਨਾ ਜ਼ਿਆਦਾ ਇਸ ਸਰੀਰ ਨੂੰ, ਇਸ ਦੇਹ ਨੂੰ ਸ਼ਿੰਗਾਰਨ ਵਾਸਤੇ ਉਹਦੇ ਵਿੱਚ ਸਮਾਂ ਨਾ ਲਗਾ ਦੇ ਕਿ ਤੇਰਾ ਅੰਮ੍ਰਿਤ ਵੇਲਾ ਹੀ ਜਿਹੜਾ ਖੁੰਝ ਜਾਵੇ। ਜਿਹੜਾ ਤੇਰਾ ਸਮਾਂ ਬਾਣੀ ਪੜਨ ਦਾ ਹੈ ਕਿਤੇ ਉਹ ਨਾ ਖੁੰਝ ਜਾਵੇ। ਮਹਾਰਾਜ ਇਹ ਗੱਲ ਇੱਥੇ ਸਮਝਾਉਂਦੇ ਆ। ਭਲਕੇ ਉੱਠ ਪਪੋਲੀਐ, ਕਹਿੰਦੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਆਪ ਨੂੰ ਸੁੰਦਰ ਬਣਾ ਰਿਹਾ, ਪਰ ਮਹਾਰਾਜ ਕਹਿੰਦੇ ਸੁੰਦਰ ਕੌਣ ਹੈ? ਮਹਾਰਾਜ ਕਹਿੰਦੇ ਸੁੰਦਰ ਸੇਈ ਸੋਹਣੇ ਜੋ ਸਾਧ ਸੰਗ ਜਿਨ ਬਹਿਨੇ। ਜਿਹੜੇ ਸਾਧ ਸੰਗਤ ਵਿੱਚ ਆ ਕੇ ਬੈਠਦੇ ਆ, ਅਸਲੀ ਸੁੰਦਰ ਉਹੀ ਹੈ। ਤੂੰ ਕਹਿੰਦੇ ਸਾਰਾ ਦਿਨ ਆਪਣੇ ਸਰੀਰ ਦੀ ਸ਼ਿੰਗਾਰ ਵਾਸਤੇ ਤੂੰ ਕਹਿੰਦੇ ਦੌੜ ਭੱਜ ਕਰ ਰਿਹਾ। ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਮੇਰੇ ਕਹਿਣ ਤੋਂ ਭਾਵ ਕਿ ਜਿਹੜੀ ਚੀਜ਼ ਜਿਸ ਕਾਰਜ ਲਈ ਬਣੀ ਹੈ ਉਹਨੂੰ ਉਸੇ ਲਈ ਵਰਤਿਆ ਜਾਵੇ। ਇਹ ਸਰੀਰ ਜੋ ਹੈ ਇਹ ਇਸ ਰੂਹੇ ਜ਼ਮੀਨ ਤੇ ਸਾਨੂੰ ਮਿਲਿਆ, ਕਾਹਦੇ ਵਾਸਤੇ ਮਿਲਿਆ? ਪਰਮਾਤਮਾ ਦੇ ਨਾਲ ਜੁੜਨ ਵਾਸਤੇ ਮਿਲਿਆ। ਮਹਾਰਾਜ ਫਰਮਾਉਂਦੇ ਭਲਕੇ ਉੱਠ ਪਪੋਲੀਐ ਵਿਨ ਬੂਝੇ ਮੁਗਧ ਅਜਾਨ। ਇੱਕ ਨਾ ਅਸੀਂ ਬਚਨ ਪੜ੍ਹਦੇ ਹਾਂ ਗਾਥਾ ਬਾਣੀ ਦੇ ਵਿੱਚ। ਮਹਾਰਾਜ ਉਹ 'ਚ ਕਹਿੰਦੇ ਦੇਖ ਕਹਿੰਦੇ ਤੂੰ ਕਿੰਨੇ ਸਰੀਰ ਨੂੰ ਕਹਿੰਦੇ ਸੁਗੰਧੀਆਂ ਲਾਉਣਾ, ਕਹਿੰਦੇ ਕਿੰਨਾ ਕੁਛ ਤੂੰ ਕਹਿੰਦੇ ਇਹਨੂੰ ਸਵਾਰਦਾ ਕਹਿੰਦੇ। ਔਰ ਤੁਸੀਂ ਕਦੀ ਦੇਖੋ ਇਹ ਸਰੀਰ ਕਹਿੰਦਾ ਤੂੰ ਮੈਨੂੰ ਜਿੰਨਾ ਮਰਜ਼ੀ ਸਵਾਰ, ਜਿੰਨੇ ਮਰਜ਼ੀ ਮਹਿੰਗੇ ਕੱਪੜੇ ਪਾ, ਜਿੰਨੀਆਂ ਮਰਜ਼ੀ ਸੁਗੰਧੀਆਂ ਲਾ, ਮੇਰੇ ਅੰਦਰ ਐਸੀ ਫਿਤਰਤ ਹੈ ਇਹਨਾਂ ਕੱਪੜਿਆਂ ਜਿਹੜੇ ਤੂੰ ਪਾਏ ਆ 1-2 ਘੰਟਿਆਂ ਬਾਅਦ ਇਹਨਾਂ 'ਚੋਂ ਹੀ ਮੁਸ਼ਕ ਆਉਣੀ ਸ਼ੁਰੂ ਹੋ ਜਾਣੀ ਹੈ। ਤੂੰ ਮੈਨੂੰ ਇਤਰ ਫਲੇਲਾਂ ਲਾ ਕੇ ਕਹਿੰਦੇ ਸ਼ਿੰਗਾਰ ਰਿਹਾ, ਇਹ ਇਤਰ ਫਲੇਲਾਂ ਤੇਰੇ ਕੁਝ ਸਮੇਂ ਵਾਸਤੇ ਹੈ, ਮੈਂ ਇਹਨਾਂ ਦੇ ਵਿੱਚੋਂ ਹੀ ਬਦਬੂ ਜਿਹੜੀ ਹੈ ਉਹ ਪੈਦਾ ਕਰ ਦੇਣੀ ਹੈ। ਤੇ ਮਹਾਰਾਜ ਇਹ ਸਰੀਰ ਮੈਨੂੰ ਲੱਗਦਾ ਕਿ ਸਰੀਰ ਇਹ ਕਹਿ ਰਿਹਾ ਬਾਹਰਲੀ ਜਿਹੜੇ ਸ਼ਿੰਗਾਰਾਂ ਦੀ ਬਜਾਏ ਕਿਤੇ ਤੂੰ ਅੰਦਰਲਾ ਸ਼ਿੰਗਾਰ ਕਰ। ਜਿਹੜੀ ਇਸ ਸਰੀਰ ਦੇ ਅੰਦਰ ਆਤਮਾ ਪਈ ਹੋਈ ਹੈ, ਜਿਹੜਾ ਸਰੀਰ ਦੇ ਅੰਦਰ ਮਨ ਵਸ ਰਿਹਾ ਹੈ, ਕਿਤੇ ਉਸ ਮਨ ਨੂੰ ਕਹਿੰਦੇ ਸ਼ਿੰਗਾਰ। ਤੇ ਮੈਂ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੇਰਾ ਲੋਕ ਵੀ ਇੱਥੇ ਸੁਹੇਲਾ ਕਰਾ ਦੇਵਾਂਗਾ, ਤੇਰਾ ਪਰਲੋਕ ਵੀ ਇੱਥੇ ਸੁਹੇਲਾ ਕਰਾ ਦੇਵਾਂਗਾ। ਮਹਾਰਾਜ ਉਹ ਬਚਨ ਹੈ ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖਿਆ ਦੇਹ ਮਲੀਨਗ। ਕਹਿੰਦੇ ਤੂੰ ਸੁਗੰਧੀਆਂ ਲਾਈਆਂ ਹੋਈਆਂ, ਜਦੋਂ ਉਹ ਸੁਗੰਧੀਆਂ ਤੇਰੇ ਸਰੀਰ ਦੇ ਨਾਲ ਟੱਚ ਹੋਣਗੀਆਂ ਨਾ, ਕਹਿੰਦੇ ਕੁਝ ਸਮੇਂ ਬਾਅਦ ਉਹਨਾਂ ਸੁਗੰਧੀਆਂ ਦੇ ਵਿੱਚੋਂ ਹੀ ਜਿਹੜੀ ਮੁਸ਼ਕ ਹੈ ਉਹ ਜਿਹੜੀ ਹੈ ਬਦਬੂ ਜਿਹੜੀ ਹੈ ਉਹ ਆਉਣੀ ਸ਼ੁਰੂ ਹੋ ਜਾਵੇਗੀ। ਮੈਨੂੰ ਇਹ ਲੱਗ ਰਿਹਾ ਸਰੀਰ ਕਹਿ ਰਿਹਾ ਮੈਨੂੰ ਬਾਹਰੋਂ ਸ਼ਿੰਗਾਰਨ ਦੀ ਬਜਾਏ ਮੇਰਾ ਅੰਦਰ ਸ਼ਿੰਗਾਰ ਜਿਹੜਾ ਉਹ ਕਰ, ਆਪਣੀ ਆਤਮਾ ਨੂੰ ਸ਼ਿੰਗਾਰ, ਕਿਉਂਕਿ ਆਤਮਾ ਤੇਰੀ ਸ਼ਿੰਗਾਰੀ ਗਈ ਹੈ ਨਾ ਤੇ ਪਰਿਪੂਰਨ ਪਰਮਾਤਮਾ ਉਹਦੇ ਤੇ ਆ ਕੇ ਬੈਠ ਜਾਵੇਗਾ। ਮਹਾਰਾਜ ਫਰਮਾਉਂਦੇ ਭਲਕੇ ਉੱਠ ਪਪੋਲੀਐ ਵਿਨ ਬੁੱਝ ਹੈ ਮੁਗਧ ਅਜਾਨ ਸੋ ਪ੍ਰਭ ਚਿਤ ਨ ਆਇਓ। ਉਸ ਪਰਿਪੂਰਨ ਪਰਮਾਤਮਾ ਨੂੰ ਤੂੰ ਯਾਦ ਨਹੀਂ ਕੀਤਾ, ਕਹਿੰਦੇ ਉਹਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ, ਉਹਦੇ ਸਿਮਰਨ ਨੂੰ ਤੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ, ਉਹਦੇ ਸਿਮਰਨ ਦੇ ਨਾਲ ਤੂੰ ਨਹੀਂ ਜੁੜ ਸਕਿਆ। ਛੁੱਟੇਗੀ ਬੇਬਾਨ ਤੇ ਅੰਤ ਕਹਿੰਦੇ ਤੈਨੂੰ ਵੀ ਪਤਾ ਕਹਿੰਦੇ ਹੈਗਾ ਕਿ ਤੂੰ ਕਹਿੰਦੇ ਮਸਾਨਾ ਦੇ ਵਿੱਚ ਤੇਰਾ ਵਾਸਾ ਜਿਹੜਾ ਹੋ ਜਾਣਾ। ਤੈਨੂੰ ਜਿਨ੍ਹਾਂ ਨੂੰ ਤੂੰ ਸ਼ਿੰਗਾਰਦਾ ਪਿਆ, ਜਿਨ੍ਹਾਂ ਵਾਸਤੇ ਤੂੰ ਸਾਰਾ ਕੁਝ ਕਰਦਾ ਪਿਆ ਨਾ, ਉਹਨਾਂ ਨੇ ਹੀ ਤੈਨੂੰ ਕਹਿੰਦੇ ਅੰਤ ਸਮੇਂ ਤੈਨੂੰ ਮਸਾਨਾ ਦੇ ਵਿੱਚ ਕਹਿੰਦੇ ਛੱਡ ਦੇਣਾ। ਮਹਾਰਾਜ ਫਰਮਾਉਂਦੇ ਸਤਿਗੁਰ ਸੇਤੀ ਚਿੱਤ ਲਾਏ, ਉਹ ਸਤਿਗੁਰ ਦੇ ਨਾਲ ਆਪਣਾ ਕਹਿੰਦੇ ਚਿੱਤ ਲਾ, ਸਤਿਗੁਰ ਸੇਤੀ ਚਿੱਤ ਲਾਏ। ਮਹਾਰਾਜ ਫਰਮਾਉਂਦੇ ਸਦਾ ਸਦਾ ਰੰਗ ਮਾਨ, ਤੇ ਤੂੰ ਫਿਰ ਤੇਰੇ ਅੰਦਰ ਇੱਕ ਆਨੰਦ ਦੀ ਜਿਹੜੀ ਪ੍ਰਾਪਤੀ ਹੋ ਜਾਵੇਗੀ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਅਸੀਂ ਆਮ ਤੌਰ ਤੇ ਆਨੰਦ ਸ਼ਬਦ ਦਾ
ਗਲਤ ਇਸਤੇਮਾਲ ਕਰਦੇ ਹਾਂ ਆਪਣੀ ਰੋਜ਼ਾਨਾ ਬੋਲੀ ਦੇ ਵਿੱਚ। 4 ਛਿੱਲੜ ਆ ਗਏ ਸਾਡੇ ਕੋਲ ਤੇ ਅਸੀਂ ਕਹਿਤਾ ਮੇਰੀ ਜ਼ਿੰਦਗੀ ਆਨੰਦਮਈ ਹੋ ਗਈ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦੁੱਖ ਦਾ ਆਪੋਜ਼ਿਟ ਸ਼ਬਦ ਜਿਹੜਾ ਸੁੱਖ ਹੈ, ਹਰਖ ਦਾ ਆਪੋਜ਼ਿਟ ਜਿਹੜਾ ਉਹ ਸੋਗ ਹੈ, ਨੇਰੇ ਦਾ ਆਪੋਜ਼ਿਟ ਦੂਰ ਹੈ, ਊਚ ਦਾ ਆਪੋਜ਼ਿਟ ਨੀਚ ਹੈ। ਲੇਕਿਨ ਆਨੰਦ ਇੱਕ ਐਸਾ ਸ਼ਬਦ ਹੈ ਜਿਹਦਾ ਉਲਟ ਸ਼ਬਦ ਜਿਹੜਾ ਆਪੋਜ਼ਿਟ ਹੈ ਉਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਮਿਲਦਾ। ਆਨੰਦ ਦੀ ਸ਼ੁਰੂਆਤ ਭਗਤ ਰਵਿਦਾਸ ਜੀ ਆਪਣੇ ਸ਼ਬਦ ਤੋਂ ਕਰਦੇ। ਆਨੰਦ ਕੀ ਹੈ? ਬੇਗਮ ਪੁਰਾ ਸ਼ਹਿਰ ਕੋ ਨਾਉ, ਮੈਂ ਉਸ ਸ਼ਹਿਰ ਦਾ ਵਾਸੀ ਹਾਂ ਜਿੱਥੇ ਕੋਈ ਗਮ ਨਹੀਂ ਹੈ। ਬੇਗਮ ਪੁਰਾ ਸ਼ਹਿਰ ਕੋ ਨਾਉ, दुख अंदोह नहीं ते ठाओ, ना तस्वीस खिराज ना माल, खौफ ना खता ना तरस जवाल, अब मोहे खूब बतन गह पाई, ऊहा खैर सदा मेरे भाई। आ है आनंद साध संगत जी, जिथे खौफ नहीं है, जिथे कोई खता नहीं है, जिथे दुख नहीं है, जिथे किसी किस्म का कोई झोरा नहीं है। मैं बेनती कर रहा सीगा, असी 4 छिल्लड़ कोल आ गए, जिंदगी दे विच कह दिता मेरी जिंदगी आनंदमई हो गई। रात नूं असी भोजन खाधा, भोजन स्वाद लगा तो असी कह दिता आनंद आ गया खा के। नहीं, आनंद ये नहीं है। आनंद जिहड़ा शब्द है ये आनंद ये तो फिर वो गल हो गई भी रात नूं कहता आनंद आ गया, सवेरे फिर भुख लगी। माँ का बच्चा 2-3 साल बाद विदेश चों आया, माँ सीने नाल लग के कहती है पुत मैनू आनंद आ गया। लेकिन जदों कुछ दिनों बाद बच्चे ने अटैची बनिया, माँ फिर रोन लग पई। ये आनंद नहीं है। फिर आनंद की है? आनंद की परिभाषा धन धन गुरु अमरदास जी महाराज आनंद साहिब की बाणी की 7वीं पौड़ी विच महाराज दे रहे हैं। महाराज फरमाउंदे आनंद आनंद सब को कहे। मैं तां ये शब्द लिया क्योंकि महाराज ने शब्द था सतगुर सेती चित लाई, सदा सदा रंग। इत्थे रंग दे अर्थ विद्वानां ने आनंद कीते है। महाराज फरमाउंदे आनंद आनंद सब को कहे, आनंद गुरु ते जानिया जानिया, आनंद सदा गुर ते कृपा करे प्यारिया, कर कृपा किल विख कटे, ज्ञान अंजन सारिया, अंदरों जिनका मोह टुटा। इथों आनंद शुरू होण लगा। अंदरों जिनका मोह टुटा, तेरा मोह अपने बच्चों के नाल भी टुट गया। चित जिहड़ा तेरा वो सतगुर दे चरनां विच लग गया। अंदरों जिनका मोह टुटा। महाराज धन धन गुरु गोबिंद सिंह जी महाराज माछीवाड़े दे जंगलों दे विच बह के भी महाराज कह रहे हैं मित्र प्यारे नू आ है आनंद। मित्र प्यारे नू उथे महाराज ने चटाइयां नहीं बिछाइयां कि सिख कौम आ जाओ मैं माछीवाड़े विच पहुंच गया, मेरे नाल बैठ के अफसोस करो, मैं 4 पुत्र बार के आया। आनंद की है? महाराज फरमाउंदे आनंद आनंद सब को कहे, आनंद गुरु ते जानिया जानिया, आनंद सदा गुर ते कृपा करे प्यारिया, कर कृपा किल विख कटे, ज्ञान अंजन सारिया, अंदरों जिनका मोह टुटा, तिनका शब्द सच्चे सवारिया। कहे नानक यह आनंद है, आनंद गुर ते जानिया। महाराज फरमाउंदे मित्र प्यारे नू हाल मुरीदां दा कहना, तुद बिन रोग रजाइयां दा ओडन, नाग निवासां दे रहना, सूल सुराई खंजर प्याला। महाराज कहंदे आ है असली आनंद। ये आनंद की प्राप्ति होनी है। सतगुर सेती चित लाए, सतगुर दे नाल अपना चित ला। हुण भी मौका है, कहंदे हले भी मौका है। जित दुआरे उभरे चित्ते लिहो उभार। महाराज कहंदे तेरे सामने उदाहरण है। गुरु अमरदास जी महाराज 62 साल की उम्र दे विच गुरु घर नाल आके जुड़े है ते तू कहना हुण ते मेरा समा ही थोड़ा रह गया, हुण की करना है रब नाल जुड़ के। नहीं, महाराज कहंदे देख 62 साल की उम्र दे विच गुरु अमरदास जी आके गुरु घर नाल जुड़ रहे हैं। 12 साल सेवा कीती है ते गुरता गद्दी ते विराजमान होए। जित दुबारे उभरे तिते लिहो उभार। उस जिस भी उम्र दे पक्ष दे विच
ਤੂੰ ਗੁਰੂ ਘਰ ਆ ਗਿਆ, ਗੁਰੂ ਐਸਾ ਹੈ, ਉਹ ਕਹਿ ਰਿਹਾ ਹੈ ਤੂੰ ਆ ਤੇ ਜਾ, ਮੈਂ ਤੈਨੂੰ ਆਪਣੇ ਸੀਨੇ ਨਾਲ ਲਾਉਣ ਨੂੰ ਤਿਆਰ। ਸਤਿਗੁਰ ਛੇਤੀ ਚਿੱਤ ਲਾਏ, ਸਦਾ ਸਦਾ ਰੰਗਮਾਨ ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਕਦੀ ਚੱਲੀ ਰੈਣ। ਅੱਗੇ ਚਲੀਏ, ਇਹ ਸੀ ਰਹੋ ਵਾਲੀ ਪੰਕਤੀ। ਅੱਗੇ ਮਹਾਰਾਜ ਫਰਮਾਉਂਦੇ, ਕੁਦਮ ਕਰੇ ਪਸ ਪੰਖੀਆਂ, ਦਿਸੇ ਨਾਹੀ ਕਾਲ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਾ ਮਨੁੱਖ ਨੂੰ, ਬੰਦੇ ਨੂੰ ਪਸ਼ੂ ਤੇ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਗਿਆ। ਕਿਉਂਕਿ ਬੰਦਾ ਬਣਾਇਆ ਸੀ ਰੱਬ ਨੇ ਬੰਦਾ, ਪਰ ਸਾਰੀ ਉਮਰ ਹੀ ਨਹੀਂ ਬੰਦਾ ਬਣ ਸਕਿਆ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਬਸਨ, ਰੱਬ ਨਾ ਛੋਡਣ ਪਾਸ। ਕਹਿੰਦੇ ਤੇਰੇ ਨਾਲੋਂ ਚੰਗੇ ਤੇ ਕਹਿੰਦੇ ਪਸ਼ੂ ਪੰਛੀ ਹੈਗੇ, ਕਹਿੰਦੇ ਜਿਹੜੇ ਜੰਗਲਾਂ ਵਿੱਚ ਰਹਿੰਦੇ ਆ, ਪੱਥਰ ਚੁਗਦੇ ਆ ਕਹਿੰਦੇ, ਲੇਕਿਨ ਫਿਰ ਵੀ ਉਹ ਰੱਬ ਨੂੰ ਕਹਿੰਦੇ ਛੱਡਦੇ ਨਹੀਂ, ਰੱਬ ਤੋਂ ਕਹਿੰਦੇ ਦੂਰ ਨਹੀਂ ਆ। ਇਹ ਸਾਰੀਆਂ ਉਦਾਹਰਨਾਂ ਮਹਾਰਾਜ ਨੇ ਬੰਦੇ ਨੂੰ ਬੰਦਾ ਬਣਾਉਣ ਵਾਸਤੇ ਦਿੱਤੀਆਂ, ਵੀ ਇੱਕ ਵਾਰ ਤੇ ਬੰਦਾ ਬਣ ਜਾ ਤੂੰ। ਮਹਾਰਾਜ ਇੱਥੇ ਫਰਮਾਉਂਦੇ, ਕੁਦਮ ਕਰੇ ਪਸ ਪੰਖੀਆਂ। ਕਹਿੰਦੇ ਜਿਹੜੇ ਪਸ਼ੂ ਤੇ ਪੰਖੀ ਹਨ ਨਾ, ਉਹ ਆਪਸ ਵਿੱਚ ਕਹਿੰਦੇ ਕਲੋਲਾਂ ਕਰਦੇ ਆ। ਹੁਣ ਤੁਸੀਂ ਦੇਖੋ, ਜਿਹੜਾ ਪੰਛੀ ਹੈ ਉਹ ਸਾਰੀ ਉਮਰ ਜਿੰਨੀ ਵੀ ਉਹਦੀ 10-12 ਸਾਲ ਦੀ, 20 ਸਾਲ ਦੀ, 5 ਸਾਲ ਦੀ ਉਮਰ ਹੈ, ਜਿੰਨੀ ਵੀ ਹੈ, ਉਹ ਕਦੀ ਵੀ ਇੱਕ ਥਾਂ ਤੇ ਟਿਕ ਕੇ ਆਪਣਾ ਰੈਣ ਬਸੇਰਾ ਨਹੀਂ ਕਰਦਾ। ਇੱਕ ਦਰਖਤ ਨੂੰ ਛੱਡਦਾ ਦੂਜੇ ਦਰਖਤ ਤੇ ਪਹੁੰਚ ਜਾਂਦਾ, ਦੂਜੀ ਜਗ੍ਹਾ ਛੱਡਦਾ ਦੂਜੀ। ਮਹਾਰਾਜ ਕਹਿੰਦੇ ਹੈ ਉਹ ਤਾਂ ਇਸ ਤਰ੍ਹਾਂ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਮੌਤ ਜਿਹੜੀ ਹੈ ਉਹ ਦਿਖਾਈ ਨਹੀਂ ਦੇ ਰਹੀ। ਤੇ ਤੈਨੂੰ ਤੇ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਹਮ ਆਦਮੀ ਹਾਂ, ਤੇ ਤੂੰ ਵੀ ਕਹਿੰਦੇ ਉਹਨਾਂ ਦੇ ਵਾਂਗੂ ਹੀ ਕਹਿੰਦੇ ਕਲੋਲਾਂ ਕਰ ਰਿਹਾ। ਤੇਰੇ ਹਾਲਾਤ ਕੀ ਹੈ? ਖਾਣਾ ਪੀਣਾ, ਹੱਸਣਾ, ਸੌਣਾ, ਇਹ ਚਾਰੇ ਚੀਜ਼ਾਂ ਤੈਨੂੰ ਯਾਦ ਹੈ। ਕਹਿੰਦੇ ਕਿਹੜੇ ਵੇਲੇ ਖਾਣਾ, ਕਿਹੜੇ ਵੇਲੇ ਪੀਣਾ, ਕਿਹੜੇ ਵੇਲੇ ਪਰਿਵਾਰ ਨਾਲ ਹੱਸਣਾ, ਤੇ ਕਿਹੜੇ ਵੇਲੇ ਕਹਿੰਦੇ ਸੌਣਾ। ਹੁਣ ਨੀਂਦ ਆਈ ਹੈ, ਖਾਣਾ ਪੀਣਾ, ਹੱਸਣਾ, ਸੌਣਾ ਵਿਸਰ ਗਿਆ ਹੈ ਮਰਨਾ। ਮੌਤ ਨੂੰ ਤੂੰ ਭੁਲਾ ਕੇ ਬੈਠਾ। ਮਹਾਰਾਜ ਇੱਥੇ ਫਰਮਾਉਂਦੇ, ਕਹਿੰਦੇ ਜਿਵੇਂ ਪੰਛੀ ਤੇ ਪੰਖੀ, ਪਸ਼ੂ ਤੇ ਕਹਿੰਦੇ ਪੰਛੀ, ਉਹ ਆਪਸ ਵਿੱਚ ਕਹਿੰਦੇ ਕਲੋਲਾਂ ਕਰਦੇ ਹੈ, ਉਹਨਾਂ ਨੂੰ ਮੌਤ ਦੇ ਬਾਰੇ ਕੁਛ ਨਹੀਂ ਪਤਾ। ਉਹ ਤੈ ਸਾਥ ਮਨੁੱਖ ਹੈ, ਉਸੇ ਤਰ੍ਹਾਂ ਦੀ ਕਹਿੰਦੇ ਤੇਰੀਆਂ ਆਦਤਾਂ ਕਹਿੰਦੇ ਬਣੀਆਂ ਹੋਈਆਂ। ਤੂੰ ਵੀ ਉਹਨਾਂ ਦੀ ਕਹਿੰਦੇ ਕੈਟਾਗਰੀ ਦੇ ਵਿੱਚ ਕਹਿੰਦੇ ਪਹੁੰਚ ਗਿਆ। ਉਹ ਤੈ ਸਾਥ ਮਨੁੱਖ ਹੈ, ਕਿਉਂਕਿ ਫਾਥਾ ਮਾਇਆ ਜਾਲ। ਫਰਕ ਇੰਨਾ ਹੈ, ਤੂੰ ਮਾਇਆ ਦੇ ਜਾਲ ਦੇ ਵਿੱਚ ਇੰਨਾ ਕਹਿੰਦੇ ਤੂੰ ਫਸ ਗਿਆ ਵੀ ਤੈਨੂੰ ਮੌਤ ਵੀ ਕਹਿੰਦੇ ਚੇਤੇ ਨਹੀਂ ਹੈ। ਜਿਸ ਇਨਸਾਨ ਨੂੰ ਮੌਤ ਚੇਤੇ ਹੋਵੇਗੀ ਨਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਆ, ਉਹ ਜ਼ਰੂਰ ਕਹਿੰਦੇ ਪਰਮਾਤਮਾ ਦੀ ਯਾਦ ਵਿੱਚ ਕਹਿੰਦੇ ਜੁੜ ਜਾਵੇਗਾ। ਅਸੀਂ ਉਹਨਾਂ ਦਾ ਇੱਕ ਬਚਨ ਪੜ੍ਹਦੇ ਹਾਂ, ਰੇਮਨ ਰਾਮ ਸਿਉ ਕਰ ਪ੍ਰੀਤ, ਸ਼ਰਵਨ ਗੋਬਿੰਦ ਔਰ ਗਾਓ ਰਸਨਾ। ਮਹਾਰਾਜ ਕਹਿੰਦੇ ਆ, ਰੇਮਨ ਰਾਮ ਸਿਉ ਕਰ ਪ੍ਰੀਤ, ਸ਼ਰਵਨ ਗੋਬਿੰਦ। ਉਸ ਪਰਿਪੂਰਨ ਪਰਮਾਤਮਾ ਦੇ ਗਾਣਿਆਂ ਨੂੰ, ਆਪਣੇ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਇਸ ਕੰਨਾਂ ਦੇ ਨਾਲ ਕਹਿੰਦੇ ਸੁਣ, ਔਰ ਗਾਓ ਰਸਨਾ ਗੀਤ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਕਿਉਂ? ਕਾਲ ਬਿਆਲ ਜਿਉ ਪਰਿਉ ਡੋਲੇ, ਮੁਖ ਪਸਾਰੇ ਮੀਤ। ਮੌਤ ਦਾ ਅਜਗਰ ਰੂਪੀ ਸੱਪ ਤੇਰੇ ਮੋਢਿਆਂ ਦੇ ਉੱਪਰ ਕਹਿੰਦੇ ਲਹਿਰਾ ਰਿਹਾ। ਕੱਲਾ ਲਹਿਰਾ ਨਹੀਂ ਰਿਹਾ, ਉਹ ਆਪਣਾ ਫਨ ਖੋਲ ਕੇ ਬੈਠਾ ਹੋਇਆ, ਫਨ ਖਿਲਾਰ ਕੇ ਮੂੰਹ ਅੱਡ ਕੇ ਬੈਠਾ ਹੋਇਆ। ਆਜ ਕਾਲ ਫੁਨ ਤੋਹੇ ਗਰਸ ਹੋ, ਅੱਜ ਤੇ ਕੱਲ ਉਹਨੇ ਤੈਨੂੰ ਮੌਤ ਕਹਿੰਦੇ ਜਿਹੜੀ ਆ ਮੌਤ ਆ ਤੈਨੂੰ ਡੰਗ ਜਿਹੜਾ ਮਾਰ ਦੇਣਾ। ਮਹਾਰਾਜ ਫਰਮਾਉਂਦੇ ਹੈ ਇੱਥੇ, ਮਹਾਰਾਜ ਫਰਮਾਉਂਦੇ ਉੱਥੇ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਤੂੰ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ। ਮਾਇਆ ਦੀ ਪਰਿਭਾਸ਼ਾ ਲੈ ਲਈਏ। ਪਹਿਲਾਂ ਵੀ ਇੱਥੇ ਮੈਂ ਬੇਨਤੀ ਕਰ ਗਿਆ ਸੀ ਅਸਥਾਨ ਤੇ, ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਜੀਓ ਬੱਧ ਹੈ ਹਉਮੈ ਕਰਮ। ਜਿਹੜਾ ਵੀ ਇਨਸਾਨ ਕੰਮ ਕਰ ਰਿਹਾ ਨਾ, ਉਹ ਇੱਕ ਹੰਕਾਰ ਦੇ ਵਿੱਚ ਕਰ ਰਿਹਾ, ਮੈਂ ਕੀਤਾ ਹੋਇਆ, ਕਿਉਂਕਿ ਮਾਇਆ ਦੇ ਜਾਲ ਦੇ ਵਿੱਚ ਉਹ ਫਸਿਆ ਹੋਇਆ। ਮਹਾਰਾਜ ਫਰਮਾਉਂਦੇ ਹਨ, ਉੱਥੇ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ, ਮੁਕਤੇ ਸੇਈ ਭਾਲੀਐ ਹੈ। ਜਿਸ
ਜੇ ਸੱਚਾ ਨਾਮ ਸੰਭਾਲ। ਕਹਿੰਦੇ ਇਸ ਰੂਹੇ ਜ਼ਮੀਨ ਦੇ ਉੱਪਰ ਆਪਣੀ ਜ਼ਿੰਦਗੀ ਰੂਪੀ ਬਾਜੀ ਜਿੱਤ ਕੇ ਉਹ ਜਾਣਗੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਉਸ ਨਾਮ ਨੂੰ ਕਹਿੰਦੇ ਸੰਭਾਲ ਲਿਆ। ਕਿਉਂਕਿ ਅਸੀਂ ਮੁਕਤਾ, ਵੈਸੇ ਮੁਕਤਾ ਸ਼ਬਦ ਆਮ ਤੌਰ ਤੇ ਵਰਤਦੇ ਹਾਂ ਕਿ ਜਿਹੜੇ ਇਸ ਸੰਸਾਰ ਤੋਂ ਮੁਕਤ ਹੋ ਕੇ ਜਾ ਰਹੇ ਆ। ਵੈਸੇ ਮਹਾਰਾਜ ਕਹਿੰਦੇ ਆ ਕਿ ਜਿਹੜਾ ਮੁਕਤ ਹੋ ਕੇ ਜਾ ਰਿਹਾ ਨਾ, ਉਹ ਮੌਤ ਤੋਂ ਬਾਅਦ ਨਹੀਂ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੇ। ਜ਼ਿੰਦਗੀ ਦੇ ਵਿੱਚ ਜੀਂਦੇ ਜੀ ਮੁਕਤੀ ਪ੍ਰਾਪਤ ਕਰਨੀ ਹੈ, ਜਿਹਨੂੰ ਮਹਾਰਾਜ ਕਹਿੰਦੇ ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ। ਮੋਖ ਦੁਆਰ ਦਾ ਮਤਲਬ ਹੀ ਮੁਕਤੀ ਦਾ ਦਰਵਾਜ਼ਾ। ਮਹਾਰਾਜ ਕਹਿੰਦੇ ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਪਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਪਹਿਲੇ ਮਨ ਦੇ ਉੱਪਰ ਟਿੱਪੀ ਹੈ, ਥੋੜਾ ਜਿਹਾ ਜ਼ੋਰ ਨਾਲ ਬੋਲਣਾ। ਦੂਜਾ ਮਨ ਦੇ ਵਿੱਚ ਟਿੱਪੀ ਨਹੀਂ ਹੈ, ਉਹਨੂੰ ਹਲਕਾ ਜਿਹਾ ਮੂੰਹ ਚੋਂ ਕੱਢਣਾ। ਮਹਾਰਾਜ ਫਰਮਾਉਂਦੇ ਉੱਥੇ ਸਤ ਮਨੁੱਖ ਹੈ ਫਾਥਾ ਮਾਇਆ ਜਾਲ, ਮੁਕਤੇ ਸੇ ਹੀ ਭਾਲੀਐ ਜੇ ਸੱਚਾ ਨਾਮ ਸੰਭਾਲ। ਅੱਗੇ ਮਹਾਰਾਜ ਫਰਮਾਉਂਦੇ ਜੋ ਕਰ ਛੱਡ ਗਵਾਬ ਨਾ, ਤੇਰਾ ਭਲਾ ਹੋ ਜੇ। ਕਹਿੰਦੇ ਜਿਸ ਚੀਜ਼ ਨੂੰ ਤੂੰ ਛੱਡ ਜਾਣਾ ਸੀ, ਕਹਿੰਦੇ ਉਹਨੂੰ ਤੂੰ ਸਾਂਭ ਕੇ ਰੱਖਿਆ ਹੋਇਆ। ਜਿਸ ਨੂੰ ਤੂੰ ਅਸਥਿਰ ਕਰ ਮਾਨੇ ਸੋ ਪਾਹਣ ਦੋ ਦਾਹਾ, ਉਹ ਤੇ 2 ਦਿਨ ਦੀ ਕਹਿੰਦੇ ਹੈ। ਹੁਣ ਇੱਥੇ ਘਰ ਦਾ ਆਖਰੀ ਅਰਥ ਆਪਾਂ ਹੋਰ ਅੱਗੇ ਕਰੀਏ। ਇੱਥੇ ਘਰ ਦਾ ਆਖਰੀ ਅਰਥ ਆਪਾਂ ਸਰੀਰ ਕਰ ਲਈਏ। ਇਸ ਸਰੀਰ ਨੂੰ ਤੂੰ ਕਹਿੰਦੇ ਸਾਂਭ ਕੇ ਰੱਖ ਰਿਹਾ, ਤੇ ਤੈਨੂੰ ਪਤਾ ਨਹੀਂ ਰੇ ਬੋਰੇ ਤੋਹੇ ਘਰੀ ਨਾ ਰਾਖੇ, ਤੂੰ ਰਾਮ ਨਾਮ ਜਪ। काकी मात पिता कहो काको कवन पुरख की जोई, कट फूटे को बात ना पूछे काडो काडो होई, देहरी बैठी माता रोवे खटिया ले गए। भाई कहते जो कर छड्ड गवाब ना, जिस घर नूं जिस शरीर नूं महाराज कहते डड्डा डेरा ये नहीं तह डेरा जिह जान। महाराज कहते जेड़े तू डेरे बनाए हुए ना अपने पक्कियां कोठियां। एक होर चलो घर दे अखरी अर्थ आपां जेकर घर भी कर लईए ते बाबा नामदेव जी कहते गहरी करके नींव खुदाई ऊपर मंडप छाए, मार कंडे ते को अदकाई जिन तृण तर मूंड बुलाए, हमरो करता राम स्नेही काहे रेनर गर्भ करत है। इन्हां नूं तू छड्ड के चल जाना, क्यों हंकार विच पिया होया। काहे रेनर गर्भ करत है बिनस जाए झूठी देह, जो कर छड्ड गवाबना ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ। ਨਾਲੇ ਇਹਨਾਂ ਨੂੰ ਤੂੰ ਛੱਡ ਕੇ ਕਹਿੰਦੇ ਚੱਲ ਜਾਣਾ। ਜੋ ਕਰ ਛੱਡ ਗਵਾਬਨਾ ਸੋ ਲੱਗਾ ਮਨ ਮਾਹੇ, ਉਹਨਾਂ ਦੇ ਵਿੱਚ ਤੂੰ ਆਪਣਾ ਮਨ ਕਹਿੰਦੇ ਜੋੜਿਆ ਹੋਇਆ। ਕਹਿੰਦੇ ਬਾਬਾ ਕਬੀਰ ਜੀ ਦਾ ਇੱਕ ਬਚਨ ਹੈ, ਕਹਿੰਦੇ ਜਮਦੂਤ ਲੈਣ ਆ ਗਏ ਤੇ ਜਮਦੂਤਾਂ ਨੂੰ ਕਹਿੰਦਾ ਕਿ ਮੇਰੇ ਕੋਲ ਪੈਸੇ ਲੈ ਲਓ ਤੇ ਮੈਨੂੰ 2 ਦਿਨ ਛੱਡ ਦਿਓ, ਕਹਿੰਦੇ ਕਿ ਮੈਂ ਹੋਰ ਆਪਣੇ ਕੰਮ ਕਰਨੇ ਆ। ਕਮਾਲ ਦੀ ਗੱਲ ਹੈ, ਇਹ ਬੰਦੇ ਦੀ ਫਿਤਰਤ ਹੈ। ਜਮਦੂਤਾਂ ਨੂੰ ਵੀ ਰਿਸ਼ਵਤ ਦੇਣ ਦੀ ਗੱਲ ਕਰ ਰਿਹਾ। ਉਹ ਕਹਿੰਦੇ ਭਰਾਵਾ ਅਸੀਂ ਸਾਨੂੰ ਤੇਰੇ ਪੈਸੇ ਨਹੀਂ ਚਾਹੀਦੇ, ਅਸੀਂ ਤੇ ਉਹਦੇ ਹੁਕਮ 'ਚ ਵੱਜੇ ਆ, ਅਸੀਂ ਤੈਨੂੰ ਹੁਣੇ ਹੀ ਕਹਿੰਦੇ ਲੈ ਕੇ ਜਾਣਾ। ਮਹਾਰਾਜ ਫਰਮਾਉਂਦੇ ਜੋ ਕਰ ਛੱਡ ਗਵਾਬਨਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ। ਜਿੱਥੇ ਜਾ ਕਰਕੇ ਤੇਰਾ ਲੇਖਾ ਪੁੱਛਿਆ ਜਾਣਾ, ਜਿੱਥੇ ਜਾ ਕਰਕੇ ਕਈ ਨਾ ਇਸ ਗੱਲ ਨੂੰ ਰੱਦ ਕਰਦੇ ਆ ਕਿ ਇਹ ਗੱਲਾਂ ਨਹੀਂ ਹੈਗੀਆਂ। ਮੈਂ ਇੱਕੋ ਬੇਨਤੀ ਕਰਦਾ, ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਨਾ ਉਹ ਬਿਲਕੁਲ ਸੱਚ ਹੈ, ਉਹ ਤੋਂ ਉੱਪਰ ਹੋਰ ਕੁਛ ਵੀ ਹੈ ਨਹੀਂਗਾ। ਮਹਾਰਾਜ ਫਰਮਾਉਂਦੇ ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ। ਕਹਿੰਦੇ ਜਿੱਥੇ ਜਾ ਕਰਕੇ ਤੇਰਾ ਲੇਖਾ ਪੁੱਛਿਆ ਜਾਣਾ ਤੈਨੂੰ ਉਹਦੀ ਕਹਿੰਦੇ ਚਿੰਤਾ ਨਹੀਂ। ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ, ਇਸ ਮਾਇਆ ਦੇ ਜੰਜਾਲ ਚੋਂ ਤੂੰ ਨਿਕਲ ਜਾਵੇਂਗਾ ਜੇ ਤੂੰ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇਂਗਾ। ਮਹਾਰਾਜ ਕਹਿੰਦੇ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ, ਗੁਰੂ ਤੋਂ ਬਗੈਰ ਤੇਰੀ ਕਿਸੇ ਨੇ ਬੌੜੀ ਨਹੀਂ ਕਰਨੀ। ਗੱਲ ਧਿਆਨ ਨਾਲ ਸੁਣ ਲਿਓ। ਅੱਜ ਪੰਜਾਬ ਦੀ ਧਰਤੀ ਤੇ ਪਖੰਡ ਦੇਖ ਕੇ ਕੁਛ ਛਿਲੜਾਂ ਦੇ ਪਿੱਛੇ ਲੱਗ ਕੇ ਉਹ ਜਿਹੜੇ ਹਨ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਨ ਔਰ ਦੂਜੇ ਪਾਸੇ ਜਾ ਰਹੇ ਹਨ। ਮੈਂ
परसों ही यूरोप की धरती तो आया, जो मैनू ये पता लगा काफ़ी कुछ चल रहा, उत्थे असी एक ना ईसाई पादरी नूं मिले जी। स्पैशल जाके मैं गुरुद्वारा कमेटी नूं कहा कि मैनू मिलाया जाए, मैं उन्होंने कुछ सवाल करने हैं। कहते ज्ञानी जी अंग्रेजी आउंदी है। मैं क्या अंग्रेजी की कोई प्रॉब्लम नहीं। मैं क्या मैं उन्होंने सवाल करने, मैं उन्होंने 2 सवाल किए कि तुहाडे अंदर कोई ऐसी स्पिरिचुअल पावर है कि तुसी अपने हाथ दे नाल इदां करो तो मैं बेहोश हो जावां जां मैं डिग जावां। कहते उन्होंने इक्को जवाब दिता, नथिंग लाइक दैट, इदां दी कहते गल कोई नहीं हैगी। मैं क्या की तुहाडी बाइबल इस गल नूं मनदी है? कहते सिर्फ बाइबल ये मनदी है कि जेकर कोई दुखी है उहदी प्रे कीती जावे। ये तो मैं क्या गुरु ग्रंथ साहब जी महाराज भी कह रहे हैं। असी किहड़े पासे नूं तुरे होए आ? आ हुण एक ताजपुर की घटना आई है जलंधर के अखबार दे विच बकायदा मैंशन किया गया, अजीत अखबार दे विच। मैनू मेरे दोस्त ने बाहर ही भेजी सी फोटो, कहते भाई साहब आ देखो। जो मैं वो देखिया, एक बच्चे नूं कैंसर की प्रॉब्लम, और कमाल की गल है डॉक्टर दे कोल जाण दी बजाए वो बच्चा किसी पखंडी दे कोल जा रहा, किसी जो जरा प्रॉफिट है उसका नाम शायद बजिंदर सिंह है, वो कोल जा रहा और जाके वो कहता प्रे कर रहा, और ड्यूरिंग प्रे ही वो बच्चे की मौत हो रही है। असी किहड़े पासे नूं जा रहे हैं? अगर तुसी अपनी देखो, कोई भी धर्म माड़ा नहीं है, लेकिन गुरु नानक देव जी ने कदी किसी धर्म का विरोध नहीं किया। गुरु नानक देव जी ने उस धर्म दे विच चल रहे जिहड़े कर्म कांड सी महाराज ने उहदा विरोध किया। ते माफ़ करना, जदों भी किते कर्म कांड हुंदा सिख उस नूं नहीं जर सकदा। कारण की है? क्योंकि उहदे गुरु दे वल्लों उहनूं उपदेश हैगा। सो साध संगत जी, मेरी दूसरी गल मैं बेनती करा कि परमात्मा बेवकूफ सीगा जिन्हें उन्होंने सिख धर्म च पैदा किया जां ईसाई धर्म च पैदा किया। उन्होंने नहीं पता कि मैं इस मनुख नूं किहड़े धर्म विच भेजना, किहड़े धर्म दे विच इह रह सकदा। असी अपनियां मर्जियां दे नाल धर्म नूं छड्ड के दूसरे धर्म विच जा रहे हैं। इहदा मतलब असी परमात्मा नूं चैलेंज कर रहे हैं कि तू सानू गलत जगह ते पैदा कर दिता, असी तां इत्थे जाना सीगा। मेरी हथ जोड़ के बेनती है, असी जपजी साहब की पंक्ति पढ़ते हैं, किव सच्चिया। रात एक वीडियो आई है, समा अगे जा रहा, 2-3 मिनट की अवग्या हो जानी है। अमृतसर का पिंड है जी खासा, उस औरत का घर वाला मर गया तो लालच दिता गया, पैसे दे तेरी स्वर्गां दे विच जगह लैके दईए, कोठियां तैनूं बना के दईए। आ कुछ गल्लां करके जेड़े है वो जेड़े गरीब सिख है, गरीब लोग है, जेड़े बेचारे जिन्होंने हले पता नहीं, उन्होंने वर्ग ला के उन्हों तो पैसे जेड़े है लुट रहे हैं। महाराज फरमा रहे हैं, फाते से ही निकले जे गुर की पैरी पाए, कोई रख न सकी दूजा को ना दिखाए, चारे कुंडा भाल के आए पिया सरनाए। मैं सारे पासियां तो धक्के खा के मैं कहांगा, चारे कुंडा भाल के रहो संत हूँ टोल साध बहु तेरे डिठे, सन्यासी तपसिए मुखों ए पंडित बिटे, बरस एक हूँ फिरो किन्हे ना परचो लायो। महाराज कहते चारे कुंडा भाल के आए पिया सरनाए, नानक सच्चे पातशाह डुबदा लिया। अज भी असी अरदास करिए। मैनू बड़ी प्यारी एक वीडियो आई है दिल्ली कमेटी की, पिछे जे 10-12 परिवार जिहड़े आ उन्होंने वापसी की है। अज लोड़ है सानू भी, हर प्रचारक नूं, हर रागी नूं, हर ढाडी नूं, हर ग्रंथी नूं इन्हां नूं समझाया जाए भी रब दा वास्ता इन्हां विचों तुहानूं कुछ नहीं मिलना, वापस आ जाओ। जिस तरह दिल्ली कमेटी ने एक वीडियो आई सीगी, 10-12 परिवार उन्होंने अपनी घर वापसी की है। आपां भी एक लहर चलाईए घर वापसी करन दी, तां जो जेड़े ये भुल्लड़ लोग हन जेड़े उधर जा चुके हैं उन्होंने वापस अपने घर दे विच लियाईए, और जदों ये घर आउण ते इन्हां दा स्वागत करिए। महाराज फरमाउंदे नानक सच्चे पातशाह डुबदा लिया कढ़ाए। गुरु नानक देव जी ही महाराज सच्चे पातशाह हन जेड़े सानू डुबदियां नूं जेड़े हन वो सानू मार महाराज बाह फड़ के सानू बाहर जिहड़ा वो लगा सकते हैं, पार उतारा साडा कर सकते हैं। अगन सागर बूडल संसारा, नानक बाह पकड़ सतगुर निस्तारा। इन्नियां को बेनतियां प्रवान करनियां।
ਇੱਥੋਂ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਆਈਆਂ ਹੋਈਆਂ ਸੰਗਤਾਂ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਹੈ। ਸਾਧ ਸੰਗਤ ਜੀ, ਪਰਮਾਤਮਾ ਨੇ ਜਿੱਥੇ ਭੇਜਿਆ ਹੈ ਉੱਥੇ ਹੀ ਰਹੀਏ, ਇਹੋ ਹੀ ਪਰਮਾਤਮਾ ਦੀ ਮਰਜ਼ੀ ਸੀ ਤੇ ਮਰਜ਼ੀ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ